Good morning, students. In this lecture, we discuss chapter number 15, 12th 5-year plan. The Indian economy on the eve of the 12th plan was characterized by good performance in the 11th plan period. 11th plan period ਦੇ ਵਿੱਚ ਜਿਹੜੀ ਇੰਡੀਆ ਦੀ ਪਰਫਾਰਮੈਂਸ ਸੀ ਮਤਲਬ ਕਿ ਜਿਹੜੀ ਡਿਵੈਲਪਮੈਂਟ ਸੀ ਉਹ ਬਹੁਤ ਵਧੀਆ ਹੋ ਰਹੀ ਸੀ। 11th ਪਲਾਨ ਦੇ ਵਿੱਚ ਜਿਹੜੀ ਐਨੂਅਲ ਗਰੋਥ ਰੇਟ ਸੀ ਆਫ GDP ਦੀ ਸੀ ਉਹ 7.9% ਸੀ, ਜੋ ਕਿ ਪ੍ਰੀਵੀਅਸ ਜਿੰਨੇ ਵੀ ਪਲਾਨ ਸੀ ਉਸ ਦੇ ਮੁਕਾਬਲੇ ਬਹੁਤ ਜ਼ਿਆਦਾ ਸੀ। ਐਂਡ ਫੋਰਨ ਡਾਇਰੈਕਟ ਇਨਵੈਸਟਮੈਂਟ ਇਨਫਲੋ, ਐਕਸਪੋਰਟਸ, ਫੋਰਨ ਐਕਸਚੇਂਜ ਰਿਜ਼ਰਵ ਐਕਸੈਕਟਰਾ ਵਰ ਇਨਕਰੀਜ਼ਿੰਗ। ਉਸ ਕਾਰਨ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਸੀ, ਐਕਸਪੋਰਟ ਸੀ ਅਤੇ ਫੋਰਨ ਐਕਸਚੇਂਜ ਰਿਜ਼ਰਵ ਸੀ ਉਹ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋ ਗਏ। ਬਟ 11th ਪਲਾਨ ਦੇ ਵਿੱਚ ਕੁਝ ਸਰਟਨ ਵੀਕਨੈਸਿਸ ਸੀ ਜਿਸ ਨੂੰ ਓਵਰਕਮ ਕਰਨ ਦੀ ਜ਼ਰੂਰਤ ਸੀ। ਸਮ ਆਫ ਦੀ ਵੀਕਨੈਸਿਸ ਕੀ ਸੀ? ਫਸਟ ਇਜ਼ ਸਲੋ ਐਗਰੀਕਲਚਰ ਗਰੋਥ ਸੀ, ਇਨਫਲੇਸ਼ਨ ਰੇਟ ਜ਼ਿਆਦਾ ਸੀ, ਫਿਸਕਲ ਡੈਫੀਸਿਟ ਜ਼ਿਆਦਾ ਸੀ, ਅਨਐਮਪਲੋਇਮੈਂਟ ਜ਼ਿਆਦਾ ਸੀ ਐਂਡ ਪਾਵਰਟੀ ਵੀ ਜ਼ਿਆਦਾ ਸੀ। ਇਹਨਾਂ ਸਾਰਿਆਂ ਨੂੰ ਓਵਰਕਮ ਕਰਨ ਦੀ ਜ਼ਰੂਰਤ ਸੀ। ਇਸ ਤੋਂ ਇਲਾਵਾ ਜਿਹੜਾ ਗਲੋਬਲ ਇਕਨੋਮਿਕ ਐਨਵਾਇਰਮੈਂਟ ਸੀ ਉਹ ਇਕੋਨਮੀ ਦੇ ਵੱਲ ਲੈਸ ਫੇਵਰੇਬਲ ਸੀ ਦੈਨ ਇਟ ਵਾਜ਼ ਦਾ ਸਟਾਰਟ ਆਫ ਦੀ 11th ਪਲਾਨ ਐਂਡ ਦਾ ਗਲੋਬਲ ਇਕੋਨਮੀ ਵਾਜ਼ ਸਟਿਲ ਇਨ ਦੀ ਗ੍ਰਿਪ ਆਫ ਰਿਸੈਸ਼ਨ ਐਂਡ ਅਨਸਰਟੇਨਿਟੀ। ਇਸ ਕਰਕੇ 12 ਪਲਾਨ ਨੂੰ renewed efforts to overcome these weakness and to maintain the growth momentum in the economy। 12 ਪਲਾਨ ਦੇ ਵਿੱਚ ਇਹਨਾਂ ਸਾਰੀਆਂ ਵੀਕਨੈਸ ਨੂੰ ਓਵਰਕਮ ਕਰਨ ਦੇ ਲਈ ਅਤੇ ਇਕੋਨਮੀ ਦੇ ਗਰੋਥ ਨੂੰ ਡਿਵੈਲਪ ਕਰਨ ਦੇ ਲਈ ਬਣਾਇਆ ਗਿਆ। ਐਂਡ ਜਿਹੜੀ 12th 5-year ਪਲਾਨ ਦੀ ਜਿਹੜੀ ਡਿਊਰੇਸ਼ਨ ਸੀ, ਟਾਈਮ ਪੀਰੀਅਡ ਕੀ ਸੀ, ਉਹ 1 April 2012 ਤੋਂ ਲੈ ਕੇ 31 March 2017 ਤੱਕ ਸੀ। ਐਂਡ 12th 5-year ਪਲਾਨ ਦਾ ਜਿਹੜਾ ਸਲੋਗਨ ਸੀ ਉਹ ਕੀ ਸੀ? ਫਾਸਟਰ, ਸਸਟੇਨੇਬਲ ਐਂਡ ਮੋਰ ਇਨਕਲੂਸਿਵ ਗਰੋਥ। ਇਟ ਮੀਨਸ ਦੈਟ 12th plan aimed to achieve faster growth which could be maintained in the long run and the benefits of growth should reach the masses। ਦੈਟ ਮੀਨਸ ਕਿ 12th ਪਲਾਨ ਦਾ ਮੇਨ ਐਮ ਕੀ ਸੀ ਕਿ ਜਿਹੜੀ ਗਰੋਥ ਰੇਟ ਆ ਉਸਨੂੰ ਫਾਸਟ ਗਰੋਥ ਰੇਟ ਨੂੰ ਅਚੀਵ ਕਰਨਾ ਅਤੇ ਲੌਂਗ ਰਨ ਤੱਕ ਉਸਨੂੰ ਮੇਨਟੇਨ ਕਰ ਰੱਖਣਾ। ਐਂਡ ਅਤੇ 12th ਪਲਾਨ ਦੇ ਵਿੱਚ ਜਿਹੜੀ ਮੇਨ ਪ੍ਰਾਇਓਰਿਟੀ ਏਰੀਆ ਸੀ ਐਗਰੀਕਲਚਰ ਦੀ ਡਿਵੈਲਪਮੈਂਟ ਕਰਨਾ, ਇਰੀਗੇਸ਼ਨ, ਮੈਨੂਫੈਕਚਰਿੰਗ ਸੈਕਟਰ, ਐਜੂਕੇਸ਼ਨ, ਹੈਲਥ ਐਂਡ ਇਨੋਵੇਸ਼ਨ ਅਤੇ ਇਨਫਰਾਸਟਰਕਚਰ ਨੂੰ ਜ਼ਿਆਦਾ ਪ੍ਰਾਇਓਰਿਟੀ ਗਿਵਨ ਕੀਤੀ ਗਈ। ਜਿਹੜਾ 12th ਪਲਾਨ ਦਾ ਸਲੋਗਨ ਸੀ ਉਹ 11th ਪਲਾਨ ਦੇ ਸਲੋਗਨ ਉੱਪਰ ਹੀ ਬੇਸਡ ਸੀਗਾ। ਅਤੇ 11th ਪਲਾਨ ਦਾ ਏਮਡ ਕੀ ਸੀ? ਅਚੀਵਿੰਗ ਫਾਸਟਰ ਐਂਡ ਮੋਰ ਇਨਕਲੂਸਿਵ ਗਰੋਥ। ਜਦੋਂ ਸੇਵਿੰਗਸ ਅਤੇ ਇਨਵੈਸਟਮੈਂਟ ਰੇਟ ਵਿੱਚ ਹੈਲਦੀ ਗਰੋਥ ਹੁੰਦੀ ਹੈ, ਦੈਟ ਮੀਨਸ ਉਹਨਾਂ ਦੀ ਗਰੋਥ ਰੇਟ ਜ਼ਿਆਦਾ ਹੁੰਦੀ ਹੈ, ਦੈਨ ਉਸ ਕਾਰਨ ਜਿਹੜੀ ਇਕੋਨਮੀ ਦੀ ਗਰੋਥ ਰੇਟ ਵੀ ਜ਼ਿਆਦਾ ਹੁੰਦੀ ਹੈ ਅਤੇ ਜਿਹੜਾ ਨੈਗੇਟਿਵ ਇਫੈਕਟ ਹੁੰਦਾ ਗਲੋਬਲ ਰਿਸੈਸ਼ਨ ਦਾ ਉਹ ਵੀ ਓਵਰਕਮ ਹੁੰਦਾ ਹੈ। ਫੋਰ ਅਚੀਵਿੰਗ ਦੀ ਟਾਰਗੇਟ ਆਫ ਇਨਕਲੂਸਿਵ ਗਰੋਥ ਸਪੈਸ਼ਲ ਐਮਫੈਸਿਸ ਵੁੱਡ ਬੀ ਲੈਡ ਔਨ ਕਿ ਇਨਕਲੂਸਿਵ ਗਰੋਥ ਨੂੰ ਅਚੀਵ ਕਰਨ ਦੇ ਲਈ ਜਿਹੜਾ ਜ਼ਿਆਦਾ ਜ਼ੋਰ ਕਿਸ 'ਤੇ ਦਿੱਤਾ ਗਿਆ? ਪਾਵਰਟੀ ਐਲੀਵੇਸ਼ਨ ਮਤਲਬ ਕਿ ਗਰੀਬੀ ਨੂੰ ਘਟਾਉਣ ਦੇ ਲਈ, ਇੰਪਰੂਵਮੈਂਟ ਇਨ ਹੈਲਥ ਫੈਸਿਲਿਟੀਜ਼, provision of basic amenities of life, reduction in interstate and inter-regional disparities। Next is objectives of 12th plan towards faster, sustainable and more inclusive growth reflects the basic challenge in the 12th plan। 12th ਪਲਾਨ ਦਾ ਮੇਨ ਐਮ ਕੀ ਸੀਗਾ? ਮੇਨ ਏਮ ਕੀ ਸੀ ਕਿ ਫਾਸਟਰ ਅਤੇ ਸਸਟੇਨੇਬਲ ਗਰੋਥ ਨੂੰ ਅਚੀਵ ਕਰਨਾ ਜਿਸ ਨਾਲ ਕਿ ਜਿਹੜੇ ਆਲ ਸੈਕਸ਼ਨ ਆਫ ਸੁਸਾਇਟੀ ਦੇ ਸਟੈਂਡਰਡ ਆਫ ਲਿਵਿੰਗ ਨੂੰ ਇੰਪਰੂਵ ਕੀਤਾ ਜਾ ਸਕੇ। ਲਾਈਕ ਫਾਸਟਰ ਗਰੋਥ ਇਨ ਮੈਨੂਫੈਕਚਰਿੰਗ ਸੈਕਟਰ, ਐਮਪਲੋਇਮੈਂਟ ਜਨਰੇਸ਼ਨ ਕਰਨਾ, ਇੰਪਰੂਵਮੈਂਟ ਇਨ ਐਜੂਕੇਸ਼ਨ ਐਂਡ ਹੈਲਥ, ਇਨਫਰਾਸਟਰਕਚਰ ਡਿਵੈਲਪਮੈਂਟ ਕਰਨਾ। ਇਹ ਸਾਰੇ ਪਲਾਨ ਦੇ ਵਿੱਚ ਇਹਨਾਂ ਸਭ ਨੂੰ ਸਾਰੀਆਂ ਚੀਜ਼ਾਂ ਨੂੰ ਪ੍ਰਾਇਓਰਿਟੀ ਦਿੱਤੀ ਗਈ ਇਹਨਾਂ ਸਾਰਿਆਂ ਦੀ ਡਿਵੈਲਪਮੈਂਟ ਲਈ। ਦ ਮੇਨ ਟਾਰਗੇਟਸ ਆਫ 12th ਪਲਾਨ ਵਾਲ as follow। First is economic growth। First point is economic growth। ਉਸਦਾ ਫਸਟ ਕੀ ਸੀ? ਟੂ ਅਚੀਵ GDP growth rate of 8% per annum। ਸੈਕਿੰਡ ਕਿ ਐਗਰੀਕਲਚਰ ਗਰੋਥ ਰੇਟ ਅਚੀਵ ਕਰਨਾ 4% per annum। ਇੰਡਸਟਰੀਅਲ ਗਰੋਥ ਰੇਟ ਅਚੀਵ ਕਰਨੀ 7.6% per annum। ਐਂਡ ਸਰਵਿਸ ਸੈਕਟਰ ਦੀ ਗਰੋਥ ਰੇਟ 9% ਅਚੀਵ ਕਰਨਾ। ਐਂਡ ਮੈਨੂਫੈਕਚਰਿੰਗ ਸੈਕਟਰ ਦੀ ਗਰੋਥ ਰੇਟ ਨੂੰ ਐਸੀਲਰੇਟ ਕਰਨਾ ਐਂਡ ਅਚੀਵ ਕਰਨਾ 10% ਪਰ ਐਨੂਅਮ ਇਨ ਦੀ ਸੈਕਟਰ। ਐਂਡ ਸੋ ਐਜ਼ ਟੂ ਅਚੀਵ ਸਸਟੇਨੇਬਲ ਗਰੋਥ ਇਨ ਦੀ ਇਕੋਨਮੀ, ਤਾਂ ਜੋ ਇਕੋਨਮੀ ਦੇ ਵਿੱਚ ਸਸਟੇਨੇਬਲ ਗਰੋਥ ਨੂੰ ਅਚੀਵ ਕੀਤਾ ਜਾ ਸਕੇ।
ਐਂਡ ਇਸ ਤੋਂ ਇਲਾਵਾ ਇਹ ਇਨਸ਼ੋਰ ਕਰਨਾ ਕਿ ਹਰ ਇੱਕ ਸਟੇਟ ਹਰ ਇੱਕ ਸਟੇਟ ਅਚੀਵ ਕਰੇ ਹਾਇਰ ਐਵਰੇਜ ਗਰੋਥ ਰੇਟ 12th ਪਲਾਨ ਦੇ ਵਿੱਚ, ਜਿਵੇਂ ਕਿ 11th ਪਲਾਨ ਦੇ ਵਿੱਚ ਅਚੀਵ ਕੀਤੀ ਸੀ। ਨੈਕਸਟ ਇਜ਼ ਪਾਵਰਟੀ ਰਿਡਕਸ਼ਨ ਐਂਡ ਐਮਪਲੋਇਮੈਂਟ ਜਨਰੇਸ਼ਨ। ਫਸਟ ਪੁਆਇੰਟ ਇਜ਼ ਕਿ ਪਾਵਰਟੀ ਨੂੰ 10% ਤੱਕ ਰਿਡਿਊਸ ਕਰਨਾ ਐਟ ਦ ਐਂਡ ਆਫ 12th ਪਲਾਨ। ਇਟ ਮੀਨਸ ਕਿ ਰਿਡਿਊਸਿੰਗ ਪਰਸੈਂਟੇਜ ਆਫ ਪੀਪਲਸ ਲਿਵਿੰਗ ਬਿਲੋ ਪਾਵਰਟੀ ਲਾਈਨ ਬਾਈ 10%। ਦੈਟ ਮੀਨਸ ਕਿ ਜਿਹੜੇ ਪਰਸਨ ਬਿਲੋ ਪਾਵਰਟੀ ਲਾਈਨ ਦੇ ਨੀਚੇ ਰਹਿੰਦੇ ਆ ਉਹਨਾਂ ਨੂੰ 12th ਪਲਾਨ ਦੇ ਐਂਡ ਤੱਕ 10% ਤੱਕ ਉਹਨਾਂ ਨੂੰ ਪਰਸੈਂਟੇਜ ਨੂੰ ਘੱਟ ਕਰਨਾ। ਟੂ ਜਨਰੇਟ 50 ਮਿਲੀਅਨਸ ਨਿਊ ਵਰਕ ਓਪਰਚੁਨਿਟੀਜ਼ ਇਨ ਦੀ ਨੋਨ ਫਾਰਮ ਸੈਕਟਰ। ਜਿਹੜੇ ਐਗਰੀਕਲਚਰ ਤੋਂ ਬਿਨਾਂ ਜਿਹੜੇ ਸੈਕਟਰਸ ਆ ਲਾਈਕ ਮੈਨੂਫੈਕਚਰਿੰਗ ਸਰਵਿਸ ਸੈਕਟਰ ਆ ਉਹਨਾਂ ਦੇ ਵਿੱਚ 15 ਮਿਲੀਅਨ ਨਿਊ ਵਰਕ ਓਪਰਚੁਨਿਟੀਜ਼ ਨੂੰ ਜਨਰੇਟ ਕਰਨਾ, ਇਹ ਵੀ ਉਹਦੇ ਵਿੱਚ ਇੱਕ ਟਾਰਗੇਟ ਰੱਖਿਆ ਗਿਆ 12th ਪਲਾਨ ਦੇ ਵਿੱਚ। ਥਰਡ ਇਜ਼ ਟੂ ਪ੍ਰੋਵਾਈਡ ਸਕਿੱਲ ਸਰਟੀਫਿਕੇਸ਼ਨ to 50 million person during the 12th plan. Third is spreading education to increase mean year of schooling to 7 years by the end of the plan. Second point is to enhance access to higher education by creating 2 million additional seats. ਐਡੀਸ਼ਨਲ ਸੀਟਸ ਨੂੰ ਕ੍ਰੀਏਟ ਕੀਤਾ ਗਿਆ ਤਾਂ ਜੋ ਜ਼ਿਆਦਾ ਲੋਕਾਂ ਦੇ ਵਿੱਚ ਐਜੂਕੇਸ਼ਨ ਸਪਰੈਡ ਕੀਤਾ ਜਾ ਸਕੇ। ਨੈਕਸਟ ਇਜ਼ ਜੈਂਡਰ ਜੈਂਡਰ ਐਂਡ ਸੋਸ਼ਲ ਗੈਪ ਨੂੰ ਐਲੀਮੀਨੇਟ ਕਰਨਾ ਡਿਊਰਿੰਗ ਸਕੂਲ ਐਨਰੋਲਮੈਂਟ ਦੇ ਟਾਈਮ, ਦੈਟ ਇਜ਼ ਬਿਟਵੀਨ ਬੋਇਜ਼ ਐਂਡ ਗਰਲਸ ਦੇ ਵਿੱਚ ਜਿਹੜਾ ਹੁੰਦਾ ਆ, ਐਂਡ ਅਮੰਗ SC ਐਂਡ ST ਮੁਸਲਿਮ ਦੇ ਵਿੱਚ, ਐਂਡ ਰੈਸਟ ਆਫ ਦਾ ਪਾਪੂਲੇਸ਼ਨ ਬਾਏ ਦ ਐਂਡ ਆਫ ਦਾ ਪਲਾਨ। ਦੈਟ ਮੀਨਸ ਕਿ ਜਿਹੜਾ ਸੋਸ਼ਲ ਗੈਪ ਹੁੰਦਾ ਸੀਗਾ ਸਕੂਲ ਐਨਰੋਲਮੈਂਟ ਦੇ ਟਾਈਮ ਬੋਇਜ਼ ਗਰਲਸ ਕਰਨਾ, ਕਿ SC ਆ ST ਆ ਜਾਂ ਕੁਝ ਹੋਰ ਵੀ ਕਾਸਟ ਸਿਸਟਮ, ਉਹਨਾਂ ਸਭ ਨੂੰ ਖ਼ਤਮ ਕਰਨਾ 12th ਪਲਾਨ ਦੇ ਐਂਡ ਤੱਕ। ਨੈਕਸਟ ਇਜ਼ ਇੰਪਰੂਵਮੈਂਟ ਇਨ ਹੈਲਥ ਸਟੈਂਡਰਡਸ। ਫਸਟ ਇਜ਼ ਇਨਫੈਂਟ ਮੋਰਟੈਲਿਟੀ ਰੇਟ ਨੂੰ 25 ਤੱਕ ਰਿਡਿਊਸ ਕਰਨਾ ਐਂਡ ਮੈਟਰਨਲ ਮੋਰਟੈਲਿਟੀ ਰੇਟ ਨੂੰ 1% 1 per 1000 ਲਾਈਵ ਬਰਥਸ ਕਰਨਾ। ਨੈਕਸਟ ਇਜ਼ ਚਾਈਲਡ ਸੈਕਸ ਰੇਸ਼ੋ ਨੂੰ ਇੰਪਰੂਵ ਕਰਨਾ ਬਾਏ ਦਾ ਐਂਡ ਆਫ ਦਾ ਪਲਾਨ, ਐਂਡ ਟੋਟਲ ਫਰਟੀਲਿਟੀ ਰੇਟ ਉਸਨੂੰ ਕੀ ਕਰਨਾ 2.1 ਕਰਨਾ, ਉਸਨੂੰ ਰਿਡਿਊਸ ਕਰਨਾ। ਐਂਡ ਜਿਨ੍ਹਾਂ ਚਿਲਡਰਨਸ ਲਾਈਕ ਏਜ ਗਰੁੱਪ 0 ਤੋਂ 3 ਦੀ ਈਅਰ ਦੇ ਵਿੱਚ ਜਿਹੜੇ ਚਿਲਡਰਨਸ ਆ ਉਹਨਾਂ ਦੇ ਵਿੱਚ ਜਿਹੜੀ ਨਿਊਟ੍ਰੀਸ਼ਨਸ ਦੀ ਕਮੀ ਆ ਉਹਨੂੰ ਜਿਹੜੇ ਨਿਊਟ੍ਰੀਸ਼ਨਸ ਦੇ ਕਾਰਨ ਜਿਹੜੀ ਉਹ ਬਿਮਾਰੀ ਨਾਲ ਸਫਰਸ ਕਰਦੇ ਆ ਉਸ ਲੈਵਲ ਨੂੰ ਵੀ ਘੱਟ ਕਰਨਾ 12th ਪਲਾਨ ਦੇ ਐਂਡ ਤੱਕ। ਨੈਕਸਟ ਇਜ਼ ਡਿਵੈਲਪਮੈਂਟ ਆਫ ਇਨਫਰਾਸਟਰਕਚਰ to increase investment in infrastructure as a percentage of GDP to 9% by the end of the plan। ਕਿ GDP ਦੇ ਜਿਹੜਾ 9% ਆ ਉਹ ਇਨਫਰਾਸਟਰਕਚਰ ਦੇ ਵਿੱਚ ਇਨਵੈਸਟਮੈਂਟ ਕਰਨਾ, ਇਹ ਟਾਰਗੇਟ ਅਚੀਵ ਕੀਤਾ ਗਿਆ। ਨੈਕਸਟ ਇਜ਼ ਕਿ ਗਰੋਸ ਇਰੀਗੇਟਡ ਜਿਹੜਾ ਏਰੀਆ ਸੀਗਾ ਉਸਨੂੰ ਇਨਕਰੀਜ਼ ਕਰਨਾ 19 ਮਿਲੀਅਨ ਹੈਕਟਰ ਤੋਂ 103 ਮਿਲੀਅਨ ਹੈਕਟਰ, ਐਂਡ ਹਰ ਇੱਕ ਵਿਲੇਜ ਦੇ ਵਿੱਚ ਇਲੈਕਟ੍ਰੀਸਿਟੀ ਪ੍ਰੋਵਾਈਡ ਕਰਨਾ ਐਂਡ ਆਫ ਦਾ ਪਲਾਨ ਤੱਕ, ਐਂਡ ਟੂ ਕਨੈਕਟ all villages with all weather roads, and to upgrade single lane national and state highway to the minimum 2 lane standard। ਰੇਲ ਟਰੈਕਸ ਨੂੰ ਜ਼ਿਆਦਾ ਡਿਵੈਲਪ ਕਰਨਾ ਤਾਂ ਜੋ ਜਿਹੜੀਆਂ ਗੁੱਡਸ ਦਾ ਟਰਾਂਸਪੋਰਟ ਹੁੰਦਾ ਆ ਟਰਾਂਸਪੋਰਟੇਸ਼ਨ ਦੇ ਵਿੱਚ ਡਿਲੇ ਨਾ ਹੋ ਸਕੇ, ਐਂਡ ਟੂ ਇਨਕਰੀਜ਼ ਰੂਰਲ ਟੈਲੀ ਡੈਂਸਿਟੀ ਟੂ 70% ਬਾਏ ਦ ਐਂਡ ਆਫ ਦਾ ਪਲਾਨ। ਐਂਡ ਇਹ ਇਨਸ਼ੋਰ ਕਰਨਾ ਕਿ ਜਿਹੜੀ ਰੂਰਲ ਪੋਪੂਲੇਸ਼ਨ ਆ ਉਹਨਾਂ ਨੂੰ ਜਿਹੜਾ ਵਾਟਰ ਸਪਲਾਈ ਆ ਮਤਲਬ ਕਿ ਸਾਫ਼ ਕਲੀਅਰ ਵਾਟਰ ਸਪਲਾਈ ਕਿ ਉਹਨਾਂ ਨੂੰ ਪ੍ਰੋਪਰ ਉਹਨਾਂ ਤੱਕ ਅਵੇਲੇਬਲ ਹੋ ਸਕੇ। ਨੈਕਸਟ ਇਜ਼ ਐਨਵਾਇਰਮੈਂਟ ਪ੍ਰੋਟੈਕਸ਼ਨ to increase the forest and tree cover by 1 million hectare every year during the plan period। Second ਕੀ ਆ to augment renewable energy capacity in the economy, and third is to reduce emission intensity in line with the target of 20% to 25% reduction in emission by 2020 over 2005 level। Next is better service delivery। First point is to shift the direct cash transfer of major subsidies and welfare related beneficiary payments using Aadhaar number linked bank accounts। ਕਿ bank accounts ਨਾਲ ਅਸੀਂ ਅਕਾਊਂਟਸ ਦੇ ਨਾਲ ਆਧਾਰ ਨੰਬਰ ਨੂੰ ਲਿੰਕ ਕਰਕੇ ਅਸੀਂ ਕੋਈ ਵੀ ਕੈਸ਼ ਟ੍ਰਾਂਸਫਰ ਕਰ ਸਕਦੇ ਹਾਂ। ਸੈਕਿੰਡ ਟੂ ਪ੍ਰੋਵਾਈਡ ਅਸੈਸ ਟੂ ਬੈਂਕਿੰਗ ਸਰਵਿਸਿਜ਼ ਟੂ 90% ਇੰਡੀਅਨ ਹਾਊਸ ਹੋਲਡ ਬਾਈ ਦੀ ਐਂਡ ਆਫ ਦੀ ਪਲਾਨ। ਕਿ ਐਂਡ ਆਫ ਦੀ ਪਲਾਨ ਤੱਕ ਜਿਹੜੇ 90% ਬੈਂਕਿੰਗ ਸਰਵਿਸਿਜ਼ ਪ੍ਰੋਵਾਈਡ ਕਰਨੀ 90% ਇੰਡੀਅਨ ਹਾਊਸ ਹੋਲਡਸ ਨੂੰ।
Next is growth targets of 12th plan. The sectoral growth targets of 12th plan are given in table 1. ਫਸਟ ਕਿ ਐਗਰੀਕਲਚਰ ਫੋਰੈਸਟਰੀ ਅਤੇ ਫਿਸ਼ਿੰਗ ਦੀ ਜਿਹੜੀ ਗਰੋਥ ਰੇਟ ਨੂੰ ਅਚੀਵ ਕਰਨਾ ਸੀ ਦੈਟ ਇਜ਼ 4.0%. ਮਾਈਨਿੰਗ ਐਂਡ ਕੁਆਇਰਿੰਗ ਦੀ ਸੀਗੀ ਟਾਰਗੇਟ 12th ਪਲਾਨ ਦੇ ਵਿੱਚ 5.7, ਮੈਨੂਫੈਕਚਰਿੰਗ ਦਾ 7.1% ਸੀ, ਇਲੈਕਟ੍ਰੀਸਿਟੀ ਗੈਸ ਐਂਡ ਵਾਟਰ ਸਪਲਾਈ ਦੀ 7.3, ਕੰਸਟਰਕਸ਼ਨ ਦੀ 9.1, ਟ੍ਰੇਡ ਹੋਟਲਸ ਐਂਡ ਰੈਸਟੋਰੈਂਟ ਸੀ 7.4%. and transport, storage and communication ਦੀ ਸੀ 11.8%, financing, insurance, real estate and business services ਦੀ growth rate ਜਿਹੜੀ target ਸੀ ਉਸ time 9.9% ਸੀ, and community, social and personal services ਦੀ target growth rate ਸੀ 7.2%, that is total GDP ਸੀ 8%, industries ਦੀ growth rate target ਸੀ 7.6% and services ਸੀ 9% ਸੀ। ਇਸ ਲਈ ਇਕੋਨਮੀ ਦੇ ਵਿੱਚ ਜੇਕਰ ਇਨਕਲੂਸਿਵ ਗਰੋਥ ਰੇਟ ਨੂੰ ਅਚੀਵ ਕਰਨਾ ਸੀ ਅਤੇ ਦੈਨ ਐਗਰੀਕਲਚਰ ਸੈਕਟਰ ਦੀ ਜਿਹੜੀ ਗਰੋਥ ਰੇਟ ਸੀ ਉਹ ਇੱਕ ਇੰਪੋਰਟੈਂਟ ਕੰਪੋਨੈਂਟ ਸੀ। ਮਤਲਬ ਕਿ ਐਗਰੀਕਲਚਰ ਸੈਕਟਰ ਦੀ ਗਰੋਥ ਰੇਟ ਹੋਣ ਦੇ ਕਾਰਨ ਹੀ ਇਨਕਲੂਸਿਵ ਗਰੋਥ ਹੋ ਸਕਦੀ ਸੀ, ਬਿਕੋਜ਼ higher GDP growth rate without adequate growth in agriculture sector will lead to food inflation in the country, which will badly affect the global process to sustain in the long run. ਕਿਉਂਕਿ ਅਗਰ ਹਾਇਰ ਗਰੋਥ ਰੇਟ ਆ GDP ਦੀ ਉਸਨੂੰ ਅਸੀਂ ਲੌਂਗ ਪੀਰੀਅਡ ਦੇ ਲਈ ਸਸਟੇਨੇਬਲ ਨਹੀਂ ਰੱਖ ਸਕਦੇ ਵਿਦਆਊਟ ਐਗਰੀਕਲਚਰ ਸੈਕਟਰ ਦੀ ਗਰੋਥ ਰੇਟ 'ਤੇ, ਕਿਉਂਕਿ ਅਗਰ ਐਗਰੀਕਲਚਰ ਸੈਕਟਰ ਦੀ ਗਰੋਥ ਰੇਟ ਨਹੀਂ ਹੋਏਗੀ ਤਾਂ ਉਸ ਨਾਲ ਕਿਉਂਕਿ ਫੂਡ ਇਨਫਲੇਸ਼ਨ ਹੋ ਜਾਏਗੀ। ਦੈਟ ਮੀਨਸ ਕਿ ਪ੍ਰੋਡਕਸ਼ਨ ਘੱਟ ਹੋਣ ਦੇ ਕਾਰਨ ਡਿਮਾਂਡ ਤਾਂ ਉਨੀ ਰਹੇਗੀ ਐਗਰੀਕਲਚਰ ਪ੍ਰੋਡਕਟਸ ਦੀ, ਇਸ ਕਾਰਨ ਇਨਫਲੇਸ਼ਨ ਆ ਜਾਏਗਾ। ਇਨਫਲੇਸ਼ਨ ਆਉਣ ਦੇ ਕਾਰਨ ਜਿਹੜਾ ਲੌਂਗ ਰਨ ਗਰੋਥ ਰੇਟ ਨੂੰ ਅਸੀਂ ਸਸਟੇਨ ਨਹੀਂ ਕਰ ਸਕਦੇ। And growth rate of 8% annum in GDP seem to be realistic, keeping in view 7.9% per annum growth rate achieved in 11th plan and current economic environment. That means ਕਿ ਹੁਣ ਦੀ ਜਿਹੜੀ 12th plan ਦੇ ਵਿੱਚ ਜਿਹੜਾ ਟਾਰਗੇਟ ਰੱਖਿਆ ਗਿਆ ਹੈ GDP ਗਰੋਥ ਰੇਟ ਨੂੰ ਅਚੀਵ ਕਰਨ ਦਾ ਉਹ ਕੀ ਹੈ 8% ਆ। ਦੈਟ ਮੀਨਸ ਕਿ ਉਹ ਰੀਅਲਿਸਟਿਕ ਆ, ਉਹ ਇਸ ਨੂੰ 11th ਪਲਾਨ ਦੇ ਵਿੱਚ ਕਿਉਂਕਿ 7.9 GDP ਗਰੋਥ ਰੇਟ ਨੂੰ ਅਚੀਵ ਕੀਤਾ ਗਿਆ ਸੀ, ਉਸਨੂੰ ਧਿਆਨ ਵਿੱਚ ਰੱਖਦੇ ਹੋਏ 12th ਪਲਾਨ ਦੀ ਜਿਹੜੀ ਗਰੋਥ ਰੇਟ ਰੱਖੀ ਗਈ ਆ GDP ਦੀ ਟਾਰਗੇਟ ਰੱਖੀ ਗਈ ਆ ਦੈਟ ਇਜ਼ 8% ਰੱਖਿਆ ਗਿਆ। ਇਸ ਲਈ ਇਸ ਗਰੋਥ ਰੇਟ ਨੂੰ ਅਚੀਵ ਕਰਨ ਦੇ ਲਈ ਗਵਰਨਮੈਂਟ ਨੇ 12th ਪਲਾਨ ਦੇ ਵਿੱਚ ਹਰ ਇੱਕ ਸੈਕਟਰ ਲਾਈਕ ਐਗਰੀਕਲਚਰ, ਇਰੀਗੇਸ਼ਨ, ਮੈਨੂਫੈਕਚਰਿੰਗ, ਐਜੂਕੇਸ਼ਨ, ਹੈਲਥ, ਇਨੋਵੇਸ਼ਨ ਐਂਡ ਇੰਫਰਾਸਟਰਕਚਰ ਹਰ ਇੱਕ ਸੈਕਟਰ ਦੇ ਗਰੋਥ ਦੇ ਵੱਲ ਜ਼ਿਆਦਾ ਧਿਆਨ ਦਿੱਤਾ। ਇਹਨਾਂ ਸਾਰੇ ਏਰੀਆ ਦੇ ਗਰੋਥ ਨੂੰ ਜ਼ਿਆਦਾ ਪ੍ਰਾਇਓਰਟੀ ਦਿੱਤੀ ਗਈ ਤਾਂ ਜੋ ਓਵਰਆਲ ਇਕਨੋਮਿਕ ਗਰੋਥ ਨੂੰ ਅਚੀਵ ਕੀਤਾ ਜਾ ਸਕੇ ਕੰਟਰੀ 'ਤੇ।